हाँ जी, वेलकम जी। आप सब ਦਾ ਪੰਜਾਬੀ ਮਿਰਚੀ ਚੈਨਲ ਦੇ ਉੱਤੇ ਸਭ ਵੀਰਾਂ ਭੈਣਾਂ ਦਾ ਬਜ਼ੁਰਗਾਂ ਦਾ ਬਹੁਤ-ਬਹੁਤ ਸਵਾਗਤ ਆ ਜੀ। ਜਿਸ ਤਰ੍ਹਾਂ ਤੁਹਾਨੂੰ ਪਤਾ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਦੀਆਂ ਕੁਝ ਖਾਸ ਖਬਰਾਂ ਤੇ ਲੈ ਕੇ ਹਾਜ਼ਰ ਹਾਂ ਅੱਜ ਨਵੀਆਂ ਅਪਡੇਟਸ ਤੇ ਗੱਲ ਕਰਾਂਗੇ ਆਪਾਂ 23 ਜੁਲਾਈ ਦੀ। ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰੀ ਦੇਖਿਓ ਤਾਂ ਕਿ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਤੁਹਾਨੂੰ ਉਹ ਚੰਗੀ ਤਰੀਕੇ ਦੇ ਨਾਲ ਮਿਲ ਜਾਵੇ। ਜਿਹੜੇ ਆਪਣੇ ਵੀ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਦੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਵੈਲਕਮ ਆ। ਸਟਾਰਟ ਕਰਦੇ ਹਾਂ ਜੀ ਅੱਜ ਦੀਆਂ ਨਵੀਆਂ ਅਪਡੇਟਸ। ਇਸ ਤੋਂ ਪਹਿਲਾਂ ਵੀਰੋ ਜੇਕਰ ਤੁਸੀਂ ਸਾਡੀ ਰਾਤ ਵਾਲੀ ਵੀਡੀਓ ਨਹੀਂ ਦੇਖੀ ਹੈਗੀ, ਜਿਹਦੇ ਵਿੱਚ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਦਿੱਤੀ ਹੋਈ ਆ ਆਲਰੇਡੀ ਵੀ ਜਿਹੜੇ ਨਵੇਂ ਕਾਨੂੰਨ ਲਾਗੂ ਹੋ ਰਹੇ ਆ ਉਹਨਾਂ ਬਾਰੇ, ਤੇ ਤੁਸੀਂ ਇੱਕ ਵਾਰ ਜਾ ਕੇ ਇਸ ਤੋਂ ਬਾਅਦ ਚੈੱਕ ਜ਼ਰੂਰ ਕਰ ਲਿਓ। ਇੱਕ ਛੋਟੀ ਜਿਹੀ ਸਰਕਾਰ ਦੇ ਵੱਲੋਂ ਜਿਹੜੀ ਹੈ ਚੇਂਜਿੰਗ ਕੀਤੀ ਗਈ ਆ, ਉਹਦੇ ਬਾਰੇ ਤੁਹਾਨੂੰ ਆਪਾਂ ਇਨਫੋਰਮੇਸ਼ਨ ਦਿੰਦੇ ਆ। ਸਭ ਤੋਂ ਪਹਿਲਾਂ ਗੱਲ ਕਰੀਏ ਵੀਰੋ ਗ੍ਰੀਨ ਪਾਸ ਦੀ। ਗ੍ਰੀਨ ਪਾਸ ਦੇ ਵਿੱਚ ਇੱਕ ਥੋੜੀ ਜਿਹੀ ਚੇਂਜ ਜਿਹੜੀ ਕੀਤੀ ਗਈ ਹੈ ਵੀ ਪਹਿਲਾਂ ਜਿਹੜੀ ਗ੍ਰੀਨ ਪਾਸ ਸੀਗਾ ਜੀ 5 ਅਗਸਤ ਨੂੰ ਲਾਗੂ ਕਰਨਾ ਸੀਗਾ, ਹੁਣ ਇਹ ਜਿਹੜਾ ਆ 6 ਅਗਸਤ ਤੋਂ ਜਿਹੜਾ ਆ ਲਾਗੂ ਕਰ ਦਿੱਤਾ ਜਾਣਾ ਆ। ਇਸ ਤੋਂ ਇਲਾਵਾ ਇੱਕ ਹੋਰ ਅਪਡੇਟ ਵੀਰੋ ਇਹ ਹੈ ਵੀ ਜਿਹੜਾ ਗ੍ਰੀਨ ਪਾਸ ਆ, ਜਿਨ੍ਹਾਂ ਬੱਚਿਆਂ ਦੀ ਉਮਰ ਜਿਹੜੀ ਹੈ 12 ਸਾਲ ਤੋਂ ਉੱਤੇ ਹੈ, ਯਾਨੀ ਕਿ ਜਿਨ੍ਹਾਂ ਦੀ ਵੀ ਉਮਰ ਹੈ, ਕੋਈ ਵੀ ਜਿਹੜਾ ਬੰਦਾ ਉਹਦੀ ਉਮਰ 12 ਸਾਲ ਤੋਂ ਉੱਤੇ ਹੈ, ਉਹਦੇ ਵਾਸਤੇ ਗ੍ਰੀਨ ਪਾਸ ਜਿਹੜੀ ਹੈ ਜ਼ਰੂਰੀ ਆ। ਜੇਕਰ ਹੁਣ ਬੱਚਾ 12 ਸਾਲ ਦਾ ਆ ਜਾਂ 12 ਸਾਲ ਤੋਂ ਉੱਤੇ ਹੈ, ਉਹਦੇ ਕੋਲ ਵੀ ਗ੍ਰੀਨ ਪਾਸ ਹੋਣਾ ਜ਼ਰੂਰੀ ਆ। ਉਸ ਤੋਂ ਜਿਹੜੇ ਥੱਲੇ ਵਾਲੇ ਬੱਚੇ ਆ ਉਹਨਾਂ ਵਾਸਤੇ ਗ੍ਰੀਨ ਪਾਸ ਜਿਹੜਾ ਲਾਜ਼ਮੀ ਨਹੀਂ ਕੀਤਾ ਗਿਆ, ਪਰ ਉਸ ਤੋਂ ਉੱਤੇ ਜਿੰਨੇ ਵੀ ਬੰਦੇ ਆਉਂਦੇ ਸਾਰੇ ਉਹ ਜਿਹੜੇ ਆ ਗ੍ਰੀਨ ਪਾਸ ਉਹਨਾਂ ਕੋਲ ਹੋਣਾ ਜ਼ਰੂਰੀ ਆ 6 ਅਗਸਤ ਤੋਂ। ਇਸ ਤੋਂ ਬਾਅਦ ਇੱਕ ਹੋਰ ਜਿਹੜੀ ਅਪਡੇਟ ਇਹ ਹੈ ਵੀ ਜਿਹੜਾ ਦੇਖ ਰੇਤ ਤੋਂ ਜਿਹੜਾ ਨਵਾਂ ਬਣਿਆ ਆ ਜੀ, ਇਹਦੇ ਵਿੱਚ ਜੇਕਰ ਤੁਸੀਂ ਜ਼ੋਨਾ ਬਿਆਂਕਾ ਦੇ ਵਿੱਚ ਜਿਹੜਾ ਤੁਹਾਨੂੰ ਗ੍ਰੀਨ ਪਾਸ ਦਿੱਤਾ ਜਾਂਦਾ ਆ ਪਹਿਲੀ ਡੋਜ਼ ਤੋਂ ਬਾਅਦ, ਉਸ ਗ੍ਰੀਨ ਪਾਸ ਦੀ ਜਿਹੜੀ ਵੀਰੋ ਜਿਹੜੀ ਆਪਣੀ ਡਿਊਰੇਸ਼ਨ ਹੈ ਜਾਂ ਵੈਲਿਡਿਟੀ ਹੈ ਉਹ ਜਿਹੜੀ ਆ 9 ਮਹੀਨਿਆਂ ਤੱਕ ਦੀ ਆ, 9ਵੇਂ ਮਹੀਨੇ ਤੱਕ ਦੀ ਆ। ਤੇ ਇਸ ਤੋਂ ਇਲਾਵਾ ਬਾਕੀ ਵੀਰੋ ਜੇਕਰ ਗ੍ਰੀਨ ਪਾਸ ਸਾਡੇ ਕੋਲ ਤੱਕ ਨਹੀਂ ਮਿਲਿਆ, ਤੁਹਾਨੂੰ ਵੇਟ ਕਰਨ ਦੀ ਲੋੜ ਹੈ। ਤੁਹਾਨੂੰ ਇੱਕ ਜਿਹੜਾ ਪਿੱਛੋਂ ਸਰਕਾਰ ਦੇ ਵੱਲੋਂ ਮੈਸੇਜ ਆਉਣਾ ਆ ਫੋਨ ਦੇ ਉੱਤੇ, SMS ਆਉਣਾ, ਉਹਦੇ ਵਿੱਚ ਤੁਹਾਨੂੰ ਉਹਦੇ ਉੱਤੇ ਜਿਹੜਾ ਇੱਕ ਆਊਥ ਕੋਡ ਜਿਹੜਾ ਤੁਹਾਡੇ ਸਾਹਮਣੇ ਆਉਣਾ ਆ, ਉਹ ਕੋਡ ਜਿਹੜਾ ਬਸ ਤੁਹਾਨੂੰ ਉਹੀ ਕੋਡ ਕਰਨਾ ਚਾਹੀਦਾ ਆ। ਤੇ ਲਾਸਟ ਜਿਹੜੇ ਤੁਹਾਡਾ ਤੈਸਰਾ ਸੈਨਿਟਾਰੀਆ ਹੁੰਦਾ, ਉਹਦੇ ਜਿਹੜੇ 8 ਲੈਟਰ ਹੁੰਦੇ ਆ ਲਾਸਟ ਵਾਲੇ, ਉਹ ਤੁਹਾਨੂੰ ਚਾਹੀਦੇ ਆ। ਇਸ ਤੋਂ ਇਲਾਵਾ ਤੁਹਾਨੂੰ ਹੋਰ ਕੁਝ ਨਹੀਂ ਚਾਹੀਦਾ। ਤੁਸੀਂ ਆਪਣੇ ਐਪ ਡਾਊਨਲੋਡ ਕਰ ਸਕਦੇ ਹੋ ਆਪਣੇ ਫੋਨ ਦੇ ਵਿੱਚ, ਜਾਂ ਤੁਸੀਂ ਇਮੂਨੀ ਐਪ ਭਰ ਲਓ, ਜਾਂ ਤੁਸੀਂ ਜਿਹੜੀ ਐਪ IO ਆ ਉਹ ਜਿਹੜੀ ਆ ਭਰ ਲਓ। ਇਹ ਦੋਨੀ ਕਰਕੇ ਤੁਸੀਂ ਜਿਹੜੀਆਂ ਆਪਣੀਆਂ ਆਨਲਾਈਨ ਆਪਣੇ ਫੋਨ ਦੇ ਵਿੱਚ ਹੀ ਜਿਹੜਾ ਡਾਊਨਲੋਡ ਕਰ ਸਕਦੇ ਆ। ਇਸ ਤੋਂ ਇਲਾਵਾ ਗੱਲ ਕਰੀਏ ਅਗਲੀ ਅਪਡੇਟ ਦੀ। ਅਗਲੀ ਅਪਡੇਟ ਜਿਹੜਾ ਦੇਖ ਰਹੇ ਤੋਂ ਵਿੱਚ ਇਹ ਵੀ ਲਿਖਿਆ ਗਿਆ ਵੀਰੋ ਵੀ ਜਿਹੜਾ ਸਰਟੀਫਿਕੇਟਸ ਨੇ ਜਿਹੜੇ ਆ ਉਹ ਜਿਹੜੇ ਕਿ ਫਰਮਾਦੋ ਕਰਤਾਚੇ ਹੁੰਦੇ ਨੇ, ਕਿ ਜਿਹੜੇ ਕਾਗਜ਼ ਦੇ ਰੂਪ ਦੇ ਵਿੱਚ ਸਰਟੀਫਿਕੇਟ ਹੁੰਦੇ ਆ, ਉਹ ਵੀ ਲੋਕੀ ਯੂਜ਼ ਕਰ ਸਕਦੇ ਆ, ਜਿਹੜੀ ਕਿ ਤੁਸੀਂ ਫਾਰਮਾਸੀਆ ਦੇ ਵਿੱਚ ਜਿਹੜੇ ਲੈ ਸਕਦੇ ਆ ਜਾਂ ਤੁਸੀਂ ਤੰਪੂਨੇ ਆਪਣਾ ਕਰਾਉਂਦੇ ਆ। ਇਸ ਤੋਂ ਇਲਾਵਾ ਬਾਕੀ ਜਿਹੜੇ ਜ਼ੋਨ ਚੇਂਜ ਹੋਣੇ ਆ, ਜ਼ੋਨਾ ਜਾਲਾ ਜਾਂ ਜ਼ੋਨਾ ਰਣਚੋਨੀਆ, ਜ਼ੋਨਾ ਜਿਹੜਾ ਰੋਸਾ ਆ, ਇਹ ਜਦੋਂ ਵੀ ਜਿਹੜੇ ਜ਼ੋਨ ਕਿੱਦਾਂ ਚੇਂਜ ਕਰਨੇ ਆ ਸਾਰਿਆਂ ਦੀ ਜਿਹੜੀ ਵੀਡੀਓ ਆਪਾਂ ਆਲਰੇਡੀ ਜਿਹੜੀ ਕੱਲ੍ਹ ਸ਼ਾਮ ਦੀ ਜਿਹੜੀ ਅਪਡੇਟ ਸੀ ਉਹਦੇ ਵਿੱਚ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦਿੱਤਾ ਸੀਗਾ ਵੀ ਇਹਨਾਂ ਦੀ ਜਿਹੜੀ ਨਵੀਂ ਹੁਣ ਜਿਹੜੀ ਰੱਖੀ ਜਾਣੀ ਹੈ ਪਰਸੈਂਟੇਜ ਦੇ ਹਿਸਾਬ ਦੇ ਨਾਲ ਜਿਹੜੇ ਜ਼ੋਨੇ ਇਹ ਚੇਂਜ ਕੀਤੇ ਜਾਣੇ ਆ। ਸੋ ਇਹਦੇ ਬਾਰੇ ਆਪਾਂ ਗੱਲ ਜਿਹੜੀ ਹੁਣ ਨਹੀਂ ਕਰਨੀ ਹੈਗੀ, ਅੱਗੇ ਚੱਲਦੇ ਹਾਂ ਆਪਾਂ ਹੋਰ ਅਪਡੇਟਸ ਦੇ ਵੱਲ। ਅਗਲੀ ਜਿਹੜੀ ਅਪਡੇਟ ਆ ਰਹੀ ਹੈਗੀ ਆ ਉਹ ਹੈਗੀ ਸਤਾਤੂ ਦੀ ਐਮਰਜੈਂਸੀ ਨੂੰ ਲੈ ਕੇ, ਜਿਹਦੇ ਬਾਰੇ ਆਪਾਂ ਨੂੰ ਕਾਫੀ ਵੀਰ ਜਿਹੜੇ ਆ ਪੁੱਛ ਰਹੇ ਸੀਗੇ। ਸਤਾਤੂ ਦੀ ਐਮਰਜੈਂਸੀ ਜਿਹੜੀ ਸੀਗੀ ਜੀ ਉਹ ਜਿਹੜੀ ਹੈ ਵਧਾ ਦਿੱਤੀ ਗਈ ਹੈ 31 ਦਸੰਬਰ 2021 ਤੱਕ। ਤੁਹਾਨੂੰ ਆਪਾਂ ਤਕਰੀਬਨ ਕਾਫੀ ਚਿਰ ਪਹਿਲਾਂ ਤੋਂ ਦੱਸ ਰਹੇ ਸੀਗੇ ਵੀ ਜਿਹੜੀ 31 ਦਸੰਬਰ 2021 ਤੱਕ ਜਿਹੜੀ ਆ ਵਧਾ ਸਕਦੇ ਹਾਂ। ਤੁਸੀਂ ਸਾਡੀ 17 ਤਰੀਕ ਵਾਲੀ ਵੀਡੀਓ ਆ ਉਹਦੇ ਵਿੱਚ ਜਾ ਕੇ ਚੈੱਕ ਕਰ ਸਕਦੇ ਆ, ਜਾਂ ਫਿਰ ਉਸ ਤੋਂ ਪਹਿਲਾਂ ਵੀ ਅਸੀਂ ਕਈ ਵਾਰ ਆਪਣੀ ਵੀਡੀਓ ਦੇ ਵਿੱਚ ਗੱਲਾਂ ਕੀਤੀਆਂ ਤੁਹਾਡੇ ਨਾਲ ਵੀ ਜਿਹੜੀ ਸਾਲ ਦੇ ਐਂਡ ਤੱਕ 20 ਨੂੰ ਵਧਾ ਸਕਦੇ ਆ, ਪਹਿਲਾਂ ਇਹ ਸਤੰਬਰ ਤੱਕ ਕਹਿ ਰਹੇ ਸੀਗੇ। ਸੋ ਜਿਹੜੀ ਸਤਾਤੂ ਦੀ ਐਮਰਜੈਂਸੀ ਜਿਹੜੀ ਹੈ ਜੀ ਉਹ ਜਿਹੜੀ ਹੈ 31 ਦਸੰਬਰ 2021 ਤੱਕ ਜਿਹੜੀ ਹੁਣ ਉਹਨੂੰ ਪ੍ਰੋਰੋਗਾ ਤੋਂ ਕਰ ਦਿੱਤੀ ਗਈ ਆ। ਇਸ ਤੋਂ ਇਲਾਵਾ ਬਾਕੀ ਜਿਹੜੇ ਸਕੂਲਾਂ ਦੀ ਜਿਹੜੀ ਵਾਪਸੀ ਆਉਣ ਦੀ ਜਿਹੜੀ ਡੇਟ ਆ ਉਹ ਜਿਹੜੀ ਸਤੰਬਰ ਦੇ ਵਿੱਚ ਜਿਹੜੀ ਰੱਖੀ ਗਈ ਆ ਵੀ ਸਕੂਲ ਜਿਹੜੇ ਸਤੰਬਰ ਦੇ ਵਿੱਚ ਹੋਣੇ ਆ। ਇਸ ਤੋਂ ਇਲਾਵਾ ਬਾਕੀ ਹੋਣੇ ਇਲੈਕਸ਼ਨ ਇੱਥੇ ਦੇ ਹੋਣੇ ਆ ਜਿਹੜੇ ਕਿ ਅਕਤੂਬਰ ਦੇ ਵਿੱਚ ਜਿਹੜੇ ਰੱਖੇ ਗਏ ਆ। ਤੇ ਇਸ ਤੋਂ ਇਲਾਵਾ ਬਾਕੀ ਜਿਹੜੀ ਸਤਾਤੂ ਦੀ ਐਮਰਜੈਂਸੀ ਵੀ ਲੱਗੀ ਹੈ, ਇਹ ਐਮਰਜੈਂਸੀ ਲੱਗੀ ਹੋਈ ਹੈ ਹੁਣ। ਇਹਦੇ ਵਿੱਚ ਜਿਹੜੇ ਵੀ ਬੰਦੇ ਆ, ਜਿਹੜੇ ਵੀ ਡਿਪੈਂਡੈਂਟ ਜਿਹੜੇ ਲੈਬੋਰੇਟਰੀ ਜਿਹੜੇ ਕੰਮ ਕਰਦੇ ਹੋ, ਚਾਹੇ ਪਬਲਿਕ ਸੈਕਟਰ ਦੇ ਵਿੱਚ ਹੋਣ ਜਾਂ ਫਿਰ ਪ੍ਰਾਈਵੇਟ ਸੈਕਟਰ ਦੇ ਵਿੱਚ ਹੋਣ, ਉਹ ਜਿਹੜੇ ਬੰਦੇ ਆ ਜੀ ਆਪਣੇ ਘਰੇ ਬਹਿ ਕੇ ਸਮਾਰਟ ਵਰਕਿੰਗ ਕਰ ਸਕਦੇ ਆ। ਜਿਹੜਾ ਵੀ ਬੰਦਾ ਸਮਾਰਟ ਵਰਕਿੰਗ ਕਰ ਸਕਦਾ, ਯਾਨੀ ਕਿ ਜਿਹੜਾ ਕੰਪਿਊਟਰ ਅੱਗੇ ਬਹਿ ਕੇ ਕੰਮ ਕਰਦੇ ਆ ਬੰਦੇ, ਉਹਨਾਂ ਨੂੰ ਉੱਥੇ ਆਪਣੇ ਕੰਮ ਦੇ ਜ਼ਿੰਦਾ ਜਾਣ ਦੀ ਲੋੜ ਨਹੀਂ ਪੈਣੀ ਵਾਰ-ਵਾਰ, ਉਹ ਆਪਣੀ ਸਮਾਰਟ ਵਰਕਿੰਗ ਘਰਾਂ ਦੇ ਵਿੱਚ ਹੀ ਕਰ ਸਕਦੇ ਆ। ਇਸ ਤੋਂ ਇਲਾਵਾ ਬਾਕੀ ਜਿਹੜੀਆਂ ਸਟੇਟਸ ਆ, ਜਿੰਨੀਆਂ ਵੀ ਇਟਲੀ ਦੀਆਂ ਸਟੇਟਸ ਆ ਜੀ, ਜਿਹੜੇ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਹੈ, ਗਵਰਨਾਤੋਰੇ ਆ, ਉਹਨਾਂ ਨੂੰ ਜਿਹੜੀ ਇੱਕ ਪਾਵਰ ਦਿੱਤੀ ਗਈ ਆ ਵੀ ਤੁਸੀਂ ਆਪਣਾ ਕੋਈ ਵੀ ਜਿਹੜਾ ਆਰਡੀਨੈਂਸ ਜਿਹੜਾ ਜੀ ਉਹ ਪਾਸ ਕਰ ਸਕਦੇ ਆ। ਜੇਕਰ ਤੁਹਾਡੇ ਸਟੇਟ ਦੇ ਵਿੱਚ ਕੋਈ ਜਿਹੜੀ ਐਸੀ ਗੜਬੜੀ ਹੁੰਦੀ ਹੈ ਵੀ ਤੁਹਾਡੇ ਕੇਸ ਜਿਹੜੇ ਆ ਵੱਧਦੇ ਆ, ਤੁਸੀਂ ਆਪਣੀ ਜਿਹੜੀ ਆ ਆਰਡੀਨੈਂਸ ਪਾਸ ਕਰ ਸਕਦੇ ਆ। ਪਰ ਜਿਹੜਾ ਵੀ ਤੁਸੀਂ ਆਰਡੀਨੈਂਸ ਪਾਸ ਕਰਨਾ ਹੈ, ਆਰਡੀਨੈਂਸ ਜਿਹੜੀ ਆ ਉਹ ਜਿਹੜੀ ਸੈਂਟਰ ਦੀ ਸਰਕਾਰ ਆ, ਉਹਨਾਂ ਨੇ ਜੋ ਰੂਲ ਤਿਆਰ ਕੀਤੇ ਆ ਉਹਨਾਂ ਦੇ ਜਿਹੜੇ ਵਿੱਚ ਜਿਹੜਾ ਆਉਣਾ ਚਾਹੀਦਾ ਆ। ਆਪਣੇ ਵੱਲ ਤੁਸੀਂ ਬਿਲਕੁਲ ਵੱਖਰਾ ਆਰਡੀਨੈਂਸ ਜਿਹੜਾ ਉਹ ਨਹੀਂ ਕਰ ਸਕਦੇ ਹੈਗੇ ਸਰਕਾਰ ਤੋਂ ਵੱਖਰਾ ਜਾ ਕੇ। ਸੋ ਇਸ ਕਰਕੇ ਜਿਹੜੀ ਸਤਾਤੂ ਦੀ ਐਮਰਜੈਂਸੀ ਜਿਹੜੀ ਹੈ ਜਿਹਨੂੰ ਹੁਣ 31 ਤਰੀਕ ਤੱਕ ਅੱਗੇ ਵਧਾ ਦਿੱਤਾ ਗਿਆ ਆ। ਫਲਾਈਟਸ ਬਾਰੇ ਆਪਾਂ ਨੂੰ ਬਹੁਤ ਪੁੱਛ ਰਿਹਾ, ਫਲਾਈਟਸ ਬਾਰੇ ਮੈਂ ਅੱਗੇ ਗੱਲ ਕਰਦਾ ਹਾਂ। ਫਲਾਈਟਸ ਇਹਦੇ 'ਤੇ ਕੀ ਅਸਰ ਪੈ ਸਕਦਾ ਸਤਾਤੂ ਦੀ ਐਮਰਜੈਂਸੀ ਦੇ ਨਾਲ,
ਇਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਆਪਾਂ ਟਰਾਂਸਪੋਰਟ ਤੇ ਓਕੂਪਾਸੀਓਨੇ ਦੀ, ਟਰਾਂਸਪੋਰਟ ਜਿਹੜਾ ਸਿਸਟਮ ਇਟਲੀ ਵਿੱਚ ਫਿਲਹਾਲ ਇਸ ਵਕਤ ਤੁਹਾਨੂੰ ਗ੍ਰੀਨ ਪਾਸ ਦੀ ਲੋੜ ਨਹੀਂ ਗਈ। ਆਪਣੇ ਮੈਨੂੰ ਬਹੁਤ ਵੀਰ ਪੁੱਛ ਰਹੇ ਸੀ ਕਿ ਭਾਜੀ ਅਸੀਂ ਨਾਪੋਲੀ ਤੋਂ ਮਿਲਾਨੋ ਆਉਣਾ ਜਾਂ ਅਸੀਂ ਕਿਸੇ ਹੋਰ ਸਾਈਡ ਤੇ ਜਾਣਾ ਆ, ਸਾਨੂੰ ਗ੍ਰੀਨ ਪਾਸ ਦੀ ਲੋੜ ਹੈ ਜਾਂ ਨਹੀਂ, ਆਪਣੀ ਕਾਰ ਦੇ ਵਿੱਚ ਅਸੀਂ ਆਉਣਾ। ਸੋ ਤੁਹਾਨੂੰ ਗ੍ਰੀਨ ਪਾਸ ਦੀ ਲੋੜ ਹਲੇ ਨਹੀਂ ਗੀ। ਤੁਸੀਂ ਜੇਕਰ ਵਿਆਜੋ ਕਰਨਾ ਇਟਲੀ ਵਿੱਚ, ਤੁਹਾਨੂੰ ਸਰਟੀਫਿਕੇਟ ਲੈਣ ਦੀ ਫਿਲਹਾਲ ਲੋੜ ਨਹੀਂ ਗੀ। ਵੈਸੇ ਵੀ ਇਹ 6 ਤਰੀਕ ਤੋਂ ਲਾਗੂ ਆ, ਸੋ ਫਿਲਹਾਲ ਹਲੇ 23 ਤਰੀਕ ਆ। 6 ਤਰੀਕ ਤੱਕ ਤੁਸੀਂ ਬਿਲਕੁਲ ਫਰੀ ਆ, ਬਿਨਾਂ ਗ੍ਰੀਨ ਪਾਸ ਤੁਸੀਂ ਜਿਹੜਾ ਘੁੰਮ ਫਿਰ ਸਕਦੇ ਆ ਹਲੇ। ਤੇ ਇਹ ਜਿਹੜੇ ਜੇਕਰ ਤੁਸੀਂ ਟ੍ਰੇਨ ਦੇ ਵਿੱਚ ਜਾਣਾ ਆ ਜਾਂ ਫਿਰ ਤੁਸੀਂ ਜਹਾਜ਼ ਦੇ ਵਿੱਚ ਜਾਣਾ ਜਾਂ ਫਿਰ ਕਿਸੇ ਜਿਹੜੇ ਆ ਸ਼ਿਪ ਦੇ ਵਿੱਚ ਜਾਣਾ ਆ, ਉਸ ਵਕਤ ਤੁਹਾਨੂੰ ਜਦੋਂ ਤੁਸੀਂ ਐਂਟਰੀ ਕਰਨੀ ਉਸ ਵਕਤ ਤੁਹਾਡੇ ਕੋਲ ਗ੍ਰੀਨ ਪਾਸ ਹੋਣਾ ਜ਼ਰੂਰੀ ਆ। ਪਰ ਜਿਹੜੀਆਂ ਟ੍ਰੇਨਾਂ ਆ ਇਹਦੇ ਵਿੱਚ ਵੀ ਇੱਕ ਲਿਮਿਟ ਆ ਵੀ ਜਿਹੜੀਆਂ ਟ੍ਰੇਨਸ ਜਿਹੜੀਆਂ ਲੰਬੇ ਰੂਟ ਵਾਲੀਆਂ ਟ੍ਰੇਨਸ ਆ ਉਹ ਜੇਕਰ ਟ੍ਰੇਨਸ ਹੋਣਗੀਆਂ ਉਹਨਾਂ ਵਿੱਚ ਤੁਹਾਨੂੰ ਹੈਗੇ ਆ। ਜੇਕਰ ਛੋਟੇ ਸ਼ਾਰਟ ਟਰਮਸ ਜਿਹੜੀਆਂ ਟ੍ਰੇਨ ਚੱਲਦੀਆਂ ਸ਼ਾਰਟ ਰੂਟ ਦੇ ਉੱਤੇ ਉਹਨਾਂ ਵਾਸਤੇ ਲੋੜ ਨਹੀਂ ਗੀ। ਬਾਕੀ ਮੈਟਰੋ ਪੁਲਮਨ ਜਿਹੜੇ ਆਟੋਬੂਸ ਹੁੰਦੇ ਇਹਨਾਂ ਵਿੱਚ ਤੁਹਾਨੂੰ ਲੋੜ ਹਲੇ ਨਹੀਂ ਗੀ ਗ੍ਰੀਨ ਪਾਸ ਦੀ। ਇਸ ਤੋਂ ਇਲਾਵਾ ਬਾਕੀ ਜਿਹੜੀਆਂ ਟ੍ਰੇਨਾਂ ਦੀਆਂ ਲਿਮਟ ਜਿਹੜੀਆਂ ਜੀ ਉਹ 50% ਹੀ ਹੈ ਹਲੇ, ਉਹ ਜਿਹੜਾ ਬਤਾਇਆ ਨਹੀਂ ਗਿਆ ਹੈਗਾ। ਤੇ ਇਸ ਤੋਂ ਇਲਾਵਾ ਹਰ 3 ਮਿੰਟ ਦੇ ਬਾਅਦ ਜਿਹੜਾ ਅੰਦਰ ਜਿਹੜੀ ਏਅਰ ਆ ਜਿਹੜੇ ਏਅਰ ਫਿਲਟਰ ਜਿਹੜੇ ਆ ਉਹ ਹਵਾ ਜਿਹੜੀ ਆ ਬਦਲਣੀ ਚਾਹੀਦੀ ਆ ਕਿਸੇ ਵੀ, ਚਾਹੇ ਉਹ ਜਹਾਜ਼ ਦੇ ਵਿੱਚ ਹੋਵੇ ਜਾਂ ਫਿਰ ਟ੍ਰੇਨ ਦੇ ਵਿੱਚ ਹੋਵੇ, ਜਿੱਦਾਂ ਕਿਹੜੀਆਂ ਹਾਈ ਸਪੀਡ ਟ੍ਰੇਨਸ ਇੱਥੇ ਚੱਲਦੀਆਂ ਉਹਨਾਂ ਵਾਸਤੇ। ਤੇ ਇਸ ਤੋਂ ਇਲਾਵਾ ਜਿਹੜਾ ਬੱਸ ਹੋ ਗਈ, ਟਰਾਮ ਹੋ ਗਈ ਜਾਂ ਮੈਟਰੋ ਹੋ ਗਈ, ਇਹਨਾਂ ਵਿੱਚ ਇਸ ਵਕਤ ਜਿਹੜੀ ਲਿਮਿਟ ਹੈ ਜੀ ਉਹ ਜਿਹੜੀ ਆ ਕਾਪੀ ਇਨਸਾਈਡ 80% ਤੱਕ ਹੀ ਰਹੇਗੀ। ਉਸ ਤੋਂ ਵੱਧ ਜਿਹੜੀ ਆ ਨਹੀਂ ਕੀਤੀ ਜਾਣੀ। ਤੇ ਮਾਸਕ ਤੇ ਡਿਸਟੈਂਸ ਐਵੇਂ ਜਿਹੜੇ ਤੁਹਾਨੂੰ ਅੰਦਰ ਰੱਖਣਾ ਹੀ ਪੈਣਾ ਆ। ਇਸ ਤੋਂ ਇਲਾਵਾ ਜੀ ਜੇਕਰ ਤੁਸੀਂ ਕੋਈ ਸਪੋਰਟ ਕਰਦੇ ਆ, ਤੁਸੀਂ ਪਸ਼ੀਨੇ ਚੇਂਤਰੀ ਨਰਾਤੋਰੀ ਪਲੈਸਟਰੇ ਸਪੋਰਟ ਦੀ ਸਕੁਆਦਰਾ ਚੇਂਤਰੀ ਬਨੇਸਤਰੀ ਕਿਸੇ ਵੀ ਪਾਸੇ ਤੁਸੀਂ ਜਾਣਾ ਆ ਜੇਕਰ, ਤੇ ਤੁਹਾਨੂੰ ਜਿਹੜਾ ਆਪਣਾ ਗ੍ਰੀਨ ਪਾਸ ਤੁਹਾਡੇ ਕੋਲ ਹੋਣਾ ਜ਼ਰੂਰੀ ਆ। ਗ੍ਰੀਨ ਪਾਸ ਤੋਂ ਬਿਨਾਂ ਤੁਸੀਂ ਐਂਟਰੀ ਜਿਹੜੀ ਨਹੀਂ ਲੈ ਸਕਦੇ। ਜੇਕਰ ਤੁਸੀਂ ਕਿਊਜ਼ੋ ਦੇ ਵਿੱਚ ਕੰਮ ਕਰਨੇ ਕਿਸੇ ਜਿਮ ਦੇ ਜਾਂ ਪਸ਼ੀਨੇ ਦੇ ਅੰਦਰ ਜਿਹੜਾ ਹੈ ਤੁਸੀਂ ਜਾਣਾ ਆ, ਉਸ ਵਕਤ ਤੁਹਾਨੂੰ ਜਿਹੜੀ ਲੋੜ ਇਹ ਚੀਜ਼ ਦੀ ਪੈਣੀ ਹੈ। ਇਸ ਤੋਂ ਇਲਾਵਾ ਰੈਸਟੋਰੈਂਟ ਦੇ ਬਾਹਰ ਦੀ ਗੱਲ ਕਰੀਏ, ਜ਼ੋਨਾ ਬਿਆਂਕਾ ਦੇ ਵਿੱਚ ਜਿਹੜਾ ਗ੍ਰੀਨ ਪਾਸ ਆ, ਜੇਕਰ ਤੁਸੀਂ ਰੈਸਟੋਰੈਂਟ ਦੇ ਅੰਦਰ ਜਾਣਾ ਆ, ਅੰਦਰ ਬਹਿ ਕੇ ਖਾਣਾ ਆ, ਜਾਂ ਫਿਰ ਤੁਸੀਂ ਪੱਬ ਜਾਂ ਪਾਸਟੀਚੇਰੀਆ ਜ਼ਿਲ੍ਹਾ ਤੇਰੀਆ ਬਾਰ ਦੇ ਅੰਦਰ ਤੁਸੀਂ ਜਾ ਕੇ ਖਾਣਾ ਆ ਟੇਬਲ 'ਤੇ ਬਹਿ ਕੇ, ਉਸ ਵਕਤ ਤੁਹਾਨੂੰ ਜਿਹੜੀ ਹੈ ਗ੍ਰੀਨ ਪਾਸ ਦੀ ਜਿਹੜੀ ਹੈ ਲੋੜ ਪੈਣੀ ਆ। ਪਰ ਜੇਕਰ ਤੁਸੀਂ ਉਹਨਾਂ ਦੇ ਹੋਟਲ ਦੇ ਬਾਹਰ ਬਹਿ ਕੇ ਖਾਣਾ, ਰੈਸਟੋਰੈਂਟ ਦੇ ਬਾਹਰ ਜਿਹੜੇ ਟੇਬਲ ਲੱਗੇ ਹੁੰਦੇ ਉੱਥੇ ਬਹਿ ਕੇ ਖਾਣਾ ਆ, ਉਸ ਵਕਤ ਤੁਹਾਨੂੰ ਗ੍ਰੀਨ ਪਾਸ ਦੀ ਲੋੜ ਜਿਹੜੀ ਆ ਨਹੀਂ ਗੀ। ਇਸ ਤੋਂ ਇਲਾਵਾ ਜਿਹੜੇ ਲੋਕ ਉੱਥੇ ਹੋਟਲਾਂ ਦੇ ਵਿੱਚ ਵੀ ਉਹ ਕੰਮ ਕਰਦੇ, ਰੈਸਟੋਰੈਂਟਸ ਦੇ ਵਿੱਚ ਕੰਮ ਕਰਦੇ ਆ, ਉਹਨਾਂ ਵਿੱਚ ਵੀ ਉਹਨਾਂ ਕੋਲ ਵੀ ਗ੍ਰੀਨ ਪਾਸ ਹੋਣਾ ਜ਼ਰੂਰੀ ਆ। ਤੇ ਅੰਦਰ ਜੇਕਰ ਟੇਬਲ ਦੇ ਵਿੱਚ ਕਿਸੇ ਨੇ ਬਹਿਣਾ ਆ ਤੇ ਮੈਕਸੀਮਮ ਇੱਕ ਟੇਬਲ ਦੇ ਉੱਤੇ ਜਿਹੜੇ ਆ ਜੀ 6 ਜਿਹੜੇ ਪਰਸਨ ਹੈ ਉਹ ਜਿਹੜੇ ਟੇਬਲ ਦੇ ਉੱਤੇ ਬਹਿ ਸਕਦੇ, ਉਸ ਤੋਂ ਵੱਧ ਬੰਦੇ ਅੰਦਰ ਨਹੀਂ ਬਹਿ ਸਕਦੇ। ਇਸ ਤੋਂ ਇਲਾਵਾ ਗੱਲ ਕਰੀਏ ਬਾਕੀ ਜਿਹੜੇ ਇਵੈਂਟ ਹੁੰਦੇ ਜਾਂ ਸਪੈਕਟੈਕੂਲਰ ਹੁੰਦੇ ਆ ਉਹਨਾਂ ਵਾਸਤੇ ਗ੍ਰੀਨ ਪਾਸ ਜਿਹੜਾ ਓਬਲੀਗੇਟਰੀ ਕਰ ਦਿੱਤਾ ਗਿਆ ਆ। ਜਿੱਦਾਂ ਕਿ ਹੁਣ ਕੋਈ ਵੀ ਜਿਹੜੇ ਆ ਪਬਲਿਕ ਜਿਹੜੇ ਇਵੈਂਟ ਹੁੰਦੇ ਆ, ਮਿਊਜ਼ੀਅਮ ਆ, ਕਲਚਰ, ਇੱਕ ਜਿਹੜੀ ਹੋਰ ਅਪਡੇਟ ਇਹ ਵੀ ਹੈ ਵੀ ਜਿਹੜੇ ਆਪਣੀ ਲੋਗੀ ਦੀ ਕੁਲਤੂਰਾ ਜਿਹੜੇ ਹੁੰਦੇ ਜਿਹੜੇ ਕਿ ਮੰਦਿਰ ਹੋ ਗਏ, ਮਸਜਿਦ ਹੋ ਗਏ, ਗੁਰਦੁਆਰਾ ਸਾਹਿਬ ਜਿੰਨੇ ਵੀ ਆਪਣੇ ਹੈਗੇ ਆ, ਇਹਨਾਂ ਵਿੱਚ ਵੀ ਜਿਹੜਾ ਓਬਲੀਗੇਟਰੀ ਹੋਗਾ ਗ੍ਰੀਨ ਪਾਸ। ਤੁਸੀਂ ਇਹਨਾਂ ਦੇ ਵਿੱਚ ਜੇਕਰ ਮੱਥਾ ਟੇਕਣ ਜਾਣਾ ਆ ਤੇ ਤੁਹਾਨੂੰ ਜਿਹੜਾ ਆਪਣਾ ਗ੍ਰੀਨ ਪਾਸ ਹੈ ਜੀ ਨਾਲ ਲੈ ਕੇ ਹੀ ਜਾਣਾ ਪੈਣਾ। ਇਸ ਤੋਂ ਇਲਾਵਾ ਮੋਸਤਰੇ, ਸਾਗਰੇ, ਫੀਰੇ, ਜਿੰਨੇ ਵੀ ਚਿੰਤਰੀ ਤਨਮਾਲੀ ਹੋ ਗਏ, ਪਾਰਕੀ ਦੇ ਮਾਂ ਦੀ ਸ਼ਹੀਦੀ ਵਿਰਤਵਿੰਦ, ਚਿੰਤਰੀ ਕੁਲਤੂਰਾ ਵਾਲੀ ਹੋ ਗਈ, ਚਿੰਤਰੀ ਸੁਚਾਲੀ, ਜਿੰਨੇ ਵੀ ਚੀਜ਼ਾਂ ਹੈਗੀਆਂ ਆ ਇਸ ਤੋਂ ਇਲਾਵਾ ਉਹ ਸਾਰੀਆਂ ਜਿਹੜੀਆਂ ਤੁਹਾਨੂੰ ਨਾਲ ਗ੍ਰੀਨ ਪਾਸ ਦੀ ਐਂਟਰੀ ਹੀ ਦਿੱਤੀ ਜਾਣੀ ਆ। ਤੇ ਹੁਣ ਵੀਰੋ ਗੱਲ ਕਰੀਏ ਫਲਾਈਟਸ ਬਾਰੇ, ਕਿਉਂਕਿ ਫਲਾਈਟਸ ਬਾਰੇ ਆਪਣੇ ਕਾਫੀ ਵੀਰਾਂ ਨੂੰ ਇੱਕ ਜਿਹੜਾ ਆ ਪ੍ਰੋਬਲਮ ਇੱਕ ਆ ਰਹੀ ਹੈ, ਉਹ ਇਹ ਹੈ ਵੀ ਉਸ ਜਿਹੜੀ ਸਟੇਟ ਦੀ ਐਮਰਜੈਂਸੀ ਨੂੰ ਜਿਹੜੀ ਆ ਇਸ ਚੀਜ਼ ਦੇ ਨਾਲ ਜੋੜ ਰਹੇ ਆ ਵੀ ਜੇਕਰ ਸਟੇਟ ਦੀ ਐਮਰਜੈਂਸੀ 12 ਤਰੀਕ ਤੱਕ ਵੱਧਦੀ ਹੈ, 31 ਤਰੀਕ ਤੱਕ ਇਹ ਵੱਧਦੀ ਹੈ, ਤੇ ਇਹਦੇ ਨਾਲ ਫਲਾਈਟਸ ਜਿਹੜੀਆਂ ਜੀ 6 ਮਹੀਨਿਆਂ ਤੱਕ ਹੁਣ ਹੋਰ ਬੰਦ ਜਿਹੜੀਆਂ ਕਰ ਦਿੱਤੀਆਂ ਜਾਣੀਆਂ ਆ। ਤੇ ਮੈਨੂੰ ਕਈਆਂ ਦੇ ਆਪਣੇ ਵੀਰ ਪੁੱਛ ਵੀ ਰਹੇ ਆ ਕਮੈਂਟ ਕਰਕੇ, ਭਾਜੀ ਇੱਦਾਂ ਤਾਂ ਨਹੀਂ ਕਿਤੇ ਹੋ ਜਾਣਾ ਵੀ ਫਲਾਈਟਸ ਜਿਹੜੀਆਂ ਬੰਦ ਕਰ ਦਿੱਤੀਆਂ ਜਾਣਗੀਆਂ ਹੁਣ ਇਸ ਸਟੇਟ ਦੀ ਐਮਰਜੈਂਸੀ ਲੱਗ ਗਈ ਆ। ਸਿਰ ਮੈਂ ਤੁਹਾਨੂੰ ਚੰਗੀ ਤਰ੍ਹਾਂ ਸਮਝਾਉਣਾ, ਜਿਹੜੀ ਸਟੇਟ ਦੀ ਐਮਰਜੈਂਸੀ ਹੁੰਦੀ ਆ ਇਹਦੇ ਨਾਲ ਫਲਾਈਟਸ ਦਾ ਕੋਈ ਸੰਬੰਧ ਨਹੀਂ ਹੁੰਦਾ। ਫਲਾਈਟਸ ਜਿਹੜਾ ਆ ਇਹਦੇ ਨਾਲ ਕੋਈ ਖਾਸ ਜਿਹੜਾ ਇਹਦਾ ਮਤਲਬ ਨਹੀਂ ਹੁੰਦਾ। ਖਾਸ ਦਾ ਮੇਰਾ ਮਤਲਬ ਇਹ ਹੈ ਵੀ ਇਹ ਵੀ ਨਹੀਂ ਹੈਗਾ ਵੀ ਜਿਸ ਤਰ੍ਹਾਂ ਦੀ ਐਮਰਜੈਂਸੀ ਕਿਸੇ ਦੇਸ਼ ਦੇ ਵਿੱਚ ਲੱਗੀ ਹੈ ਤਾਂ ਉੱਥੇ ਫਲਾਈਟਸ ਨਹੀਂ ਬੰਦ ਹੋ ਸਕਦੀਆਂ ਉਸ ਕੰਟਰੀ ਦੇ ਵਿੱਚ, ਇੱਦਾਂ ਬਿਲਕੁਲ ਨਹੀਂ ਹੈਗਾ। ਪਿਛਲੇ ਸਾਲ ਜਦੋਂ ਸਟੇਟ ਦੀ ਐਮਰਜੈਂਸੀ ਕੌਂਤੀ ਸਰਕਾਰ ਨੇ ਲਗਾਈ ਸੀਗੀ ਉਸ ਵਕਤ ਇਟਲੀ ਨੇ ਆਪਣੀਆਂ ਫਲਾਈਟਸ ਵੀ ਬੰਦ ਕੀਤੀਆਂ ਸੀਗੀਆਂ ਤੇ ਫਲਾਈਟਸ ਵੀ ਇਸ ਚੀਜ਼ ਦੇ ਵਿੱਚ ਇਨਕਲੂਡ ਸੀਗੀਆਂ। ਸੋ ਇਸ ਕਰਕੇ ਜਦੋਂ ਕਿਸੇ ਸਟੇਟ ਦੇ ਵਿੱਚ ਜਾਂ ਕਿਸੇ ਕੰਟਰੀ ਦੇ ਵਿੱਚ ਐਮਰਜੈਂਸੀ ਲੱਗਦੀ ਆ, ਜਿਹੜੀ ਐਮਰਜੈਂਸੀ ਹੁੰਦੀ ਆ ਜੀ ਉਹ ਸਾਰੀ ਜਿਹੜੀ ਜਿੰਨੇ ਵੀ ਉੱਥੇ ਦੇ ਸਿਸਟਮ ਆ ਸਾਰਿਆਂ ਦੇ ਉੱਤੇ ਜਿਹੜੀ ਅਪਲਾਈ ਕੀਤੀ ਜਾਂਦੀ ਆ। ਉਹ ਇਹ ਨਹੀਂ ਹੈਗਾ ਵੀ ਉਹ ਫਲਾਈਟਸ ਦੇ ਉੱਤੇ ਨਹੀਂ ਲੱਗਣੀ ਜਾਂ ਟ੍ਰੇਨਾਂ ਦੇ ਉੱਤੇ ਨਹੀਂ ਲੱਗਣੀ। ਪਰ ਜਿਹੜੀ ਹੁਣ ਐਮਰਜੈਂਸੀ ਇਟਲੀ ਵਿੱਚ ਲੱਗੀ ਹੋਈ ਆ ਇਹਦੇ ਵਿੱਚ ਫਲਾਈਟਸ ਦੇ ਉੱਤੇ ਕੋਈ ਨੁਕਸਾਨ ਜਿਹੜਾ ਨਹੀਂ ਉਠਾਉਣਾ ਪੈਣਾ, ਕਿਉਂਕਿ ਫਲਾਈਟਸ ਜਿਹੜੀਆਂ ਸਰਕਾਰ ਨੇ ਸਟਾਰਟ ਕੀਤੀਆਂ ਹੋਈਆਂ ਪਹਿਲਾਂ ਤੋਂ। ਤੇ ਜਿਹੜੀ ਆਪਣੀ ਇਸ ਵਕਤ ਜਿਹੜੀ ਸਟੇਜ ਚੱਲਦੀ ਪਈ ਆ, ਇਸ ਵਕਤ ਵੀ ਆਪਾਂ ਐਮਰਜੈਂਸੀ ਦੇ ਵਿੱਚ ਜਿਹੜੀ ਇਟਲੀ ਵਿੱਚ ਬੈਠੇ ਹਾਂ। ਸੋ ਇਸ ਕਰਕੇ ਸਾਨੂੰ ਘਬਰਾਉਣ ਦੀ ਲੋੜ ਹੈ ਨਹੀਂ ਗੀ। ਜਿਹੜੇ ਆਪਣੇ ਵੀ ਇੰਡੀਆ ਫਸੇ ਹੋਏ ਆ ਉਹ ਇੱਦਾਂ ਦੀ ਟੈਨਸ਼ਨ ਬਿਲਕੁਲ ਨਾ ਰਹਿਣ ਵੀ ਜਿਹੜੀਆਂ ਦਸੰਬਰ ਤੱਕ ਫਲਾਈਟਸ ਇਟਲੀ ਦੀਆਂ ਬੰਦ ਕਰ ਦਿੱਤੀਆਂ ਜਾਣੀਆਂ, ਇਹਦੇ ਨਾਲ ਸਟੇਟ ਦੀ ਐਮਰਜੈਂਸੀ ਦਾ ਕੋਈ ਵੀ ਮਤਲਬ ਹਲੇ ਨਹੀਂ ਗਾ। ਸੋ ਇਸ ਕਰਕੇ ਇਹ ਸਿਰਫ ਇਟਲੀ ਦੀ ਜਿਹੜੀ ਇੰਟਰਨਲ ਮੈਟਰ ਆ ਉਹਨਾਂ ਨੂੰ ਦੇਖਿਆ ਜਾ ਰਿਹਾ ਆ। ਸੋ ਫਲਾਈਟਸ ਬੈਨ ਜਿਹੜਾ ਆ ਦਸੰਬਰ ਤੱਕ ਨਹੀਂ ਕੀਤਾ ਜਾਣਾ। ਤੇ ਇਸ ਤੋਂ ਇਲਾਵਾ ਇੱਕ ਹੋਰ ਵੱਡੀ ਅਪਡੇਟ ਇਹ ਵੀ ਹੈ ਵੀ ਜਿਹੜੀਆਂ ਫਲਾਈਟਸ ਜਿਹੜੀਆਂ ਬੈਨ ਕੀਤੀਆਂ ਗਈਆਂ ਜੀ ਇਹ ਆਪਣੇ ਇੰਡੀਆ ਜਿਹੜੀ ਆ ਇੰਡੀਆ ਵੱਲੋਂ ਨਹੀਂ ਬੈਨ ਕੀਤੀਆਂ ਗਈਆਂ, ਇਹ ਫਲਾਈਟਸ ਜਿਹੜੀਆਂ ਇਟਲੀ ਵੱਲੋਂ ਬੈਨ ਕੀਤੀਆਂ ਗਈਆਂ। ਜਿਹੜੀਆਂ ਫਲਾਈਟਸ ਇੰਡੀਆ ਤੋਂ ਇਟਲੀ ਆਉਣੀਆਂ ਉਹਨਾਂ ਨੇ ਇਟਲੀ ਵਾਲਿਆਂ ਨੇ ਰੋਕ ਲਗਾਈ ਹੋਈ ਹੈ ਵੀ ਸਾਡੀ ਕੰਟਰੀ ਵਿੱਚ ਜਿਹੜੀਆਂ ਫਲਾਈਟਸ ਆ ਉਹ ਇੰਡੀਆ ਤੋਂ ਜਿਹੜੀਆਂ ਨਾ ਆਉਣ। ਤੇ ਬਾਕੀ ਜਿਹੜੀਆਂ ਹੋਰ ਕੰਟਰੀਜ਼ ਦੀਆਂ ਫਲਾਈਟਸ ਜੋ ਚੱਲਦੀਆਂ ਪਈਆਂ ਆ,
ਯੂਕੇ ਤੋਂ ਵੀ ਫਲਾਈਟਸ ਆ ਰਹੀਆਂ ਜਿੱਥੇ ਕਿੰਨੇ ਜ਼ਿਆਦਾ ਕੇਸ ਜਿਹੜਾ ਲਗਾਤਾਰ ਆ ਰਿਹਾ 40-50 ਹਜ਼ਾਰ ਕੇਸ ਹਰ ਰੋਜ਼ ਦਾ ਆ ਰਿਹਾ, ਪਰ ਯੂਕੇ ਦੀਆਂ ਫਲਾਈਟਸ ਜਿਹੜੀਆਂ ਚੱਲ ਰਹੀਆਂ ਆ ਸਿਰਫ ਇਹਨਾਂ ਨੇ ਇੰਡੀਆ ਦੀ ਜਿਹੜੀਆਂ ਫਲਾਈਟਸ ਆ ਉਹ ਜਿਹੜੀਆਂ ਇਹਨਾਂ ਨੇ ਬੰਦ ਕੀਤੀਆਂ ਹੋਈਆਂ ਸਰਕਾਰ ਨੇ। ਤੇ ਸਰਕਾਰ ਤੱਕ ਜਿਹੜੀ ਗੱਲ ਵੀਰੋ ਪਹੁੰਚ ਗਈ ਆ ਵੀ ਇੰਡੀਆ ਵਿੱਚ ਜਿਹੜਾ ਆਪਣਾ ਕਾਫੀ ਜਿਹੜਾ ਬੰਦਾ ਆ ਜਿਹੜੀ ਕਿ ਪਰਮੇਸ਼ਵਰ ਸਿਯੋਨੋ ਤੇ ਜਿਹੜਾ ਬੈਠਾ ਹੋਇਆ ਇਸ ਵਕਤ ਉੱਥੇ ਜਿਹੜਾ ਕਿ ਫਸ ਚੁੱਕਾ ਆ ਕਈ ਮਹੀਨਿਆਂ ਤੋਂ। ਤੇ ਹੁਣ ਉਮੀਦ ਕਰਦੇ ਹਾਂ ਅਸੀਂ ਵੀ ਬਹੁਤ ਜਲਦ ਜਿਹੜੀ ਸਰਕਾਰ ਜਿਹੜਾ ਇਹਦੇ ਬਾਰੇ ਫੈਸਲਾ ਲਊਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ 31 ਜੁਲਾਈ ਤੱਕ ਆ ਫਲਾਈਟਸ ਬੰਦ ਆ ਤੇ 31 ਜੁਲਾਈ ਤੋਂ ਆਪਾਂ ਨੂੰ ਪਹਿਲਾਂ ਜਿਹੜੀ ਇੱਕ ਅਪਡੇਟ ਜਿਹੜੀ ਆ ਜਾਣੀ ਆ ਸਰਕਾਰ ਦੇ ਵੱਲੋਂ ਵੀ ਜਿਹੜੀਆਂ ਨਵੀਂ ਇਨਫੋਰਮੇਸ਼ਨ ਦੇ ਹਿਸਾਬ ਦੇ ਨਾਲ ਫਲਾਈਟਸ ਜਿਹੜੀਆਂ ਖੋਲ੍ਹ ਦਿੱਤੀਆਂ ਜਾਣ ਜਾਂ ਬੰਦ ਕਰ ਦਿੱਤੀਆਂ ਜਾਣ। ਤੇ ਸਰਕਾਰ ਵੀਰੋ ਫਲਾਈਟਸ ਜਿਹੜੀਆਂ ਆ ਇੱਦਾਂ ਕਰ ਸਕਦੀ ਆ ਵੀ ਜਿਹੜੀਆਂ ਫਲਾਈਟਸ ਹੈ ਜੀ ਉਹ ਬੰਦ ਰਹਿਣਗੀਆਂ। ਇੱਦਾਂ ਹੋ ਸਕਦਾ ਵੀ ਸਰਕਾਰ ਕਹੇ ਵੀ ਜਿਹੜੀਆਂ ਫਲਾਈਟਸ ਅਸੀਂ ਬੰਦ ਰੱਖਣੀਆਂ, ਪਰ ਜਿਹੜੇ ਲੋਕ ਇੰਡੀਆ ਵਿੱਚ ਫਸੇ ਹੋਏ ਆ ਜਿਹਨਾਂ ਕੋਈ ਇੱਥੇ ਦੀ ਪਰਮੇਸ਼ਵਰ ਦੀ ਸਜੋਰਨ ਆ ਜਾਂ ਇੱਥੇ ਚੇਤਾ ਦੇ ਨਾਨਸਾ ਵਾਲੇ ਤਾਂ ਬੰਦੇ ਚਲੋ ਪਹਿਲਾਂ ਵੀ ਆ ਸਕਦੇ ਆ, ਜਿਹਨਾਂ ਕੋਈ ਪਰਮੇਸ਼ਵਰ ਦੀ ਸਜੋਰਨ ਜਿਹੜੇ ਬੰਦੇ ਆ ਉਹ ਬੰਦੇ ਸਿਰਫ ਜਿਹੜੇ ਵਾਪਸ ਇਟਲੀ ਵਿੱਚ ਆਪਣੀ ਰੀ ਐਂਟਰੀ ਕਰ ਲੈਣ। ਸੋ ਇਹ ਜਿਹੜੀ ਸਰਕਾਰ ਕੰਮ ਕਰ ਸਕਦੀ ਹੈ ਜੇਕਰ ਉਹ ਫਲਾਈਟਸ ਖੋਲ੍ਹਣ ਦਾ ਇਰਾਦਾ ਉਹਨਾਂ ਦਾ ਨਹੀਂ ਬਣਦਾ। ਬਾਕੀ ਉਮੀਦ ਕਰਦੇ ਹਾਂ ਵੀ ਕਾਫੀ ਆਪਣੇ ਪੇਪਰਾਂ ਵਾਲੇ ਵੀਰ ਵੀ ਫਸੇ ਹੋਏ ਆ, ਉਹ ਵੀ ਜਿਹੜੇ ਆਪਣੇ ਵੀਜ਼ੇ ਜਿਹੜੇ ਲੱਗੇ ਉਹ ਵੀ ਆ ਸਕਣ। ਤੇ ਹਾਂਜੀ ਇੱਕ ਹੋਰ ਚੀਜ਼ ਉਹ ਇਹ ਹੈ ਵੀ ਜਿਹੜੇ ਆਪਣੇ ਜਿਹੜੀ ਸਾਊਦੀ ਐਮਰਜੈਂਸੀ ਜਿਹੜੀ 31 ਤਰੀਕ ਤੱਕ ਅੱਗੇ ਵਧਾ ਦਿੱਤੀ ਗਈ ਹੈ, ਇਹਦੇ ਵਿੱਚ ਜੇਕਰ ਤੁਹਾਡੀ ਪਰਮਿਸ਼ਨ ਦੇ ਜ਼ੋਨ ਜਾਂ ਤੁਹਾਡਾ ਪਤੀਨ ਤੇ ਜਾਂ ਤੁਹਾਡਾ ਕੋਈ ਹੋਰ ਡਾਕੂਮੈਂਟਸ ਆ ਉਹ ਜੇਕਰ ਐਕਸਪਾਇਰ ਹੋਣ ਵਾਲਾ ਆ, ਉਹ ਜਿਹੜੀ ਐਕਸਪਾਇਰੀ ਉਹਦੀ ਨਹੀਂ ਹੋਣੀ ਹੁਣ, ਉਹ ਜਿਹੜੇ ਅੱਗੇ ਉਹਨੂੰ ਐਕਸਟੈਂਡ ਜਿਹੜਾ ਕਰ ਦਿੱਤੀ ਜਾਣੀ ਉਹਦੀ ਐਕਸਪਾਇਰੀ। ਸੋ ਘਬਰਾਉਣ ਦੀ ਕੋਈ ਲੋੜ ਹੈ ਨਹੀਂ ਕਿ ਜਿਹਨਾਂ ਦਾ ਆਪਣੇ ਵੀ ਉਹਨਾਂ ਦੇ ਪੇਪਰ ਖਤਮ ਹੋਣ ਵਾਲੇ ਸੀ, ਕਾਫੀ ਟੈਨਸ਼ਨ ਸੀ ਉਹਨਾਂ ਨੂੰ ਇੰਡੀਆ ਵਿੱਚ ਫਸੇ ਨੂੰ, ਸੋ ਤੁਹਾਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਹੈ ਨਹੀਂ ਗੀ। ਤੇ ਬਾਕੀ ਵੀਰੋ ਇਹ ਪੂਰੀ ਇਨਫੋਰਮੇਸ਼ਨ ਹੈ ਆਪਣੀ ਜੋ ਨਵੇਂ ਰੂਲ ਬਣੇ ਆ ਤੇ ਸਾਊਦੀ ਐਮਰਜੈਂਸੀ ਨੂੰ ਲੈ ਕੇ ਤੇ ਫਲਾਈਟਸ ਬਾਰੇ ਨੂੰ ਲੈ ਕੇ, ਤੇ ਬਾਕੀ ਬਹੁਤ ਜਲਦ ਤੁਹਾਡੇ ਵਾਸਤੇ ਫਲਾਈਟਸ ਵੀ ਜਿਹੜੀਆਂ ਆਪਣੀ ਇਨਫੋਰਮੇਸ਼ਨ ਆਪਾਂ ਜਲਦੀ ਲੈ ਕੇ ਆਉਂਦੇ ਆ। ਤੇ ਬਾਕੀ ਮਿਲਦੇ ਆ ਵੀਰੋ ਸ਼ਾਮਾਂ ਦੀ ਅਪਡੇਟ ਦੇ ਨਾਲ, ਤਦ ਤੱਕ ਲਈ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਇੱਕ ਲਾਈਕ ਜ਼ਰੂਰ ਕਰ ਦਿਓ ਵੀਡੀਓ ਨੂੰ, ਤੇ ਜੇਕਰ ਸ਼ੇਅਰ ਤੁਸੀਂ ਕਰਨੀ ਚਾਹੋ ਤੇ ਤੁਸੀਂ ਆਪਣੇ ਹੋਰ ਵੀਰਾਂ ਤੱਕ ਸ਼ੇਅਰ ਜਿਹੜੀ ਆ ਕਰ ਸਕਦੇ ਆ। ਤਦ ਤੱਕ ਲਈ ਸਭ ਦਾ ਬਹੁਤ ਬਹੁਤ ਧੰਨਵਾਦ ਜੀ।